ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਹਿ ਪਿਖੇ ਸੁਰ ਸਾਦਰ। ਸਾਧ ਰਚੇ ਇਕ ਆਤਮ ਗਿਆਨ ਵੱਡੀ ਵਿਸ਼ਿਆ ਤਪ ਕੋ ਬਡ ਬਾਦਰ। ਬਾਦ ਰਹਿ ਸਿੱਖ ਹੈ ਨਰ ਜੋ ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ। ਕਾ ਦਰ ਹੈ ਤਿਨ ਕੋ ਜਮ ਭੀਤਰ ਅੰਤ ਭਜੇ ਗੁਰੂ ਤੇਗ ਬਹਾਦਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ।
ਮਾਈ ਮਨ ਮੇਰੋ ਬਸ ਨਾਹਿ, ਨਿਸ ਬਾਸੁਰ ਵਿਖਿਅਨ ਕਉ ਧਾਵਤ, ਕਿਹ ਬਿਦ ਰੁਕਉ ਤਾਹਿ। ਮਾਈ ਮਨ ਮੇਰੋ ਬਸ ਨਾਹਿ, ਨਿਸ ਬਾਸੁਰ ਵਿਖਿਅਨ ਕਉ ਧਾਵਤ, ਕਿਹ ਬਿਦ ਰੁਕਉ ਤਾਹਿ। ਰਹਾਉ ਵੇਦ ਪੁਰਾਨ ਸਿਮਰਤ ਕੇ ਮਤ ਸੁਣ, ਨਿਮਖ ਨ ਹੀਏ ਬਸਾਵੈ। ਪਰ ਧਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੈ। ਮਦ ਮਾਇਆ ਕੈ ਭਇਓ ਬਾਵਰੋ, ਸੂਝਤ ਨਹਿ ਕਛ ਗਿਆਨਾ। ਘਟ ਹੀ ਭੀਤਰ ਬਸਤ ਨਿਰੰਜਨ, ਤਾਕੂ ਮਰਮ ਨ ਜਾਨਾ। ਜਬ ਹੀ ਸਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਜਬ ਹੀ ਸਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਸੋਰਠ ਮਹੱਲਾ ਨਾਵਾ, ਮਾਈ ਮਨ ਮੇਰੋ ਬਸ ਨਾਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ, ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਜਿਸ ਪ੍ਰਕਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਜਿਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ ਸੋਰਠ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ
ਇਨ੍ਹਾਂ ਪਾਵਨ ਪਵਿੱਤਰ ਸ਼ਬਦਾਂ ਦੇ ਰਾਹੀਂ ਆਪਾਂ ਨੂੰ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਬਾਬਤ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੈਸੇ ਹਨ। ਤੇ ਭਾਈ ਸਾਹਿਬ ਜੀ ਨੇ ਬਚਨ ਲਿਖੇ ਹਨ ਕਿ ਜਿੱਥੇ ਵੀ ਕੋਈ ਯਾਦ ਕਰਦਾ ਸਤਿਗੁਰਾਂ ਨੂੰ, ਉੱਥੇ ਹਾਜ਼ਰ ਹੋ ਜਾਂਦੇ ਆ। ਸੁੱਖਾਂ ਦੇ ਸਮੁੰਦਰ ਹਨ ਸਤਿਗੁਰੂ ਜੀ। ਇੱਥੋਂ ਤੱਕ ਫਿਰ ਦੇਵੀ ਦੇਵਤੇ ਜਿਹੜੇ ਹੈ ਉਹ ਵੀ ਹੱਥ ਬੰਨ੍ਹ ਕੇ ਖੜ ਜਾਂਦੇ ਹੈ, ਆਦਰ ਕਰਦੇ ਹੈ। ਅੱਗੇ ਭਾਈ ਸਾਹਿਬ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਤਮ ਗਿਆਨ ਦੇ ਵਿੱਚ ਰਚੇ ਹੋਏ ਹਨ, ਪਰਮੇਸ਼ਰ ਦਾ, ਬ੍ਰਹਮ ਦਾ ਸਰੂਪ ਹਨ। ਤੇ ਜੋ ਵਿਸ਼ੇ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਹਨਾਂ ਦੀ ਜਿਹੜੀ ਤਪਸ਼ ਹੈ ਉਸ ਨੂੰ ਖਤਮ ਕਰਨ ਵਾਸਤੇ ਇੱਕ ਬੱਦਲ ਦੀ ਨਿਆਈ ਹਨ। ਜਿਵੇਂ ਬੱਦਲ ਵਰਖਾ ਕਰਦਾ, ਮੀਂਹ ਪਾਉਂਦਾ, ਠੰਡ ਵਰਤ ਜਾਂਦੀ ਹੈ, ਇਸੇ ਪ੍ਰਕਾਰ ਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਪਦੇ ਸੜਦੇ ਹੋਏ ਮਨਾਂ ਨੂੰ ਸ਼ਾਂਤੀ ਤੇ ਠੰਡ ਦੇਣ ਵਾਲੇ ਹੈ। ਅੱਗੇ ਭਾਈ ਸਾਹਿਬ ਜੀ ਲਿਖਦੇ ਹਨ ਕਿ ਜਿਨ੍ਹਾਂ ਸਿੱਖਾਂ ਨੇ ਐਸੇ ਸਤਿਗੁਰਾਂ ਦੇ ਐਸੇ ਸੁੰਦਰ ਗੁਣਾਂ ਨੂੰ, ਉਪਦੇਸ਼ਾਂ ਨੂੰ ਨਹੀਂ ਗ੍ਰਹਿਣ ਕੀਤਾ, ਜਿਨ੍ਹਾਂ ਨੇ ਇਹ ਨਹੀਂ ਸਮਝਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਰਮੇਸ਼ਰ ਦਾ ਸਰੂਪ ਹਨ, ਉਹ ਇਸ ਸੰਸਾਰ ਦੇ ਵਿੱਚ ਵਿਅਰਥ ਹੀ ਚਲੇ ਗਏ। ਫਿਰ ਭਾਈ ਸਾਹਿਬ ਜੀ ਲਿਖਦੇ ਹਨ ਕਿ ਜੇ ਕੋਈ ਅੰਤਲੇ ਸਮੇਂ ਵੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਲਵੇ ਤੇ ਸਾਰੇ ਤਰ੍ਹਾਂ ਦੇ ਡਰ, ਮੌਤ ਦੇ, ਜਮਾਂ ਦੇ ਸਭ ਦੂਰ ਹੋ ਜਾਂਦੇ। ਭਾਈ ਸਾਹਿਬ ਨੇ ਇੱਕ ਸਵਈਆ ਉਚਾਰਨ ਕੀਤਾ ਹੈ ਕਿ ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ, ਜਾਹੇ ਪਿਖੇ ਸੁਰ ਸਾਦਰ, ਸਾਧ ਰਚੇ ਇੱਕ ਆਤਮ ਗਿਆਨ, ਵੱਡੀ ਵਿਸ਼ਿਆ ਤਪ ਕੋ ਵੱਡ ਬਾਦਰ, ਬਾਦ ਰਹਿ ਸਿੱਖ ਹੋਇ ਨਰ ਜੋ, ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ, ਕਾ ਦਰ ਹੈ ਜਮ ਕੋ ਤਿਨ ਭੀਤਰ, ਅੰਤ ਭਜੇ ਗੁਰੂ ਤੇਗ ਬਹਾਦਰ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੋਰਠ ਰਾਗ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਸਿੱਖਿਆ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਇੱਕ ਉੱਤਮ ਸਖੀ ਦੇ ਸੰਵਾਦ ਦੁਆਰਾ, ਜਿਵੇਂ ਕੋਈ ਬੱਚਾ ਜਾਂ ਜਿਹੜੀ ਸਖੀ ਹੈ ਉਹ ਆਪਣੀ ਮਾਤਾ ਦੇ ਪਾਸ ਪ੍ਰਸ਼ਨ ਕਰਦੀ ਹੈ, ਉਹਨੂੰ ਜਵਾਬ ਮਿਲਦਾ। ਇਸੇ ਪ੍ਰਕਾਰ ਹੀ ਜਿਹੜਾ ਕੋਈ ਜਿਗਿਆਸੂ ਹੈ ਉਹ ਆਪਣੇ ਮਨ ਦੀ ਜਿਹੜੀ ਅਵਸਥਾ ਹੈ, ਮਨ ਦਾ ਜੋ ਪ੍ਰਬਲ ਵੇਗ ਹੈ, ਉਸ ਨੂੰ ਕਿਸੇ ਮਹਾਤਮਾ ਪਾਸ, ਗੁਰੂ ਪਾਸ ਬਿਆਨ ਕਰਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਬਚਨ ਕਰਦੇ ਹਨ, ਮਾਈ ਮਨ ਮੇਰੋ ਬਸ ਨਾਹਿ, ਕਿ ਹੇ ਮਹਾਤਮਾ ਜਨੋ, ਹੇ ਸੰਤ ਜਨੋ, ਸਾਡਾ ਜਿਹੜਾ ਮਨ ਹੈ ਉਹ ਸਾਡੇ ਵੱਸ ਦੇ ਵਿੱਚ ਨਹੀਂ ਹੈ। ਜਦੋਂ ਕੋਈ ਪਰਮੇਸ਼ਰ ਦੀ ਭਗਤੀ ਦੇ ਰਸਤੇ 'ਤੇ ਤੁਰਦਾ ਹੈ, ਸਾਧਨਾ ਦੇ ਰਸਤੇ 'ਤੇ ਤੁਰਦਾ ਹੈ, ਤੇ ਸਭ ਤੋਂ ਵੱਡੀ ਰੁਕਾਵਟ ਉਹਦੀ ਮਨ ਨੂੰ ਟਿਕਾਉਣ ਦੀ ਹੈ। ਸਭ ਤੋਂ ਪਹਿਲਾਂ ਜਿਹੜਾ ਯੁੱਧ ਹੁੰਦਾ ਉਹ ਮਨ ਦੇ ਨਾਲ ਹੀ ਹੁੰਦਾ, ਕਿ ਬੈਠਾ ਤੇ ਗੁਰੂ ਘਰ ਦੇ ਅੰਦਰ ਹੈ, ਪੜ੍ਹਦਾ ਤੇ ਬਾਣੀ ਹੈ, ਜਪਦਾ ਤੇ ਨਾਮ ਹੈ, ਕਰਦਾ ਤੇ ਸੇਵਾ ਹੈ, ਪਰ ਮਨ ਨਹੀਂ ਲੱਗਦਾ। ਮਨ ਉੱਥੇ ਆਉਂਦਾ ਨਹੀਂ, ਮਨ ਹੋਰ ਖਿਆਲਾਂ ਦੇ ਅੰਦਰ ਚਲਿਆ ਜਾਂਦਾ।
ਪਹਿਲੀ ਗੱਲ ਤੇ ਜਿਹੜੇ ਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਉਸ ਨੂੰ ਇਹ ਪਤਾ ਚੱਲਦਾ ਵੀ ਮਨ ਕੀ ਹੈ, ਮਨ ਵੀ ਕੁਝ ਚੀਜ਼ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਕਿਹੜਾ ਇਸ ਚੀਜ਼ ਦੀ ਗੱਲ ਕਰਦਾ ਕਿ ਮੇਰਾ ਮਨ ਨਹੀਂ ਟਿਕਦਾ, ਮੈਂ ਬਾਣੀ ਪੜ੍ਹਦਾ ਤੇ ਮਨ ਨਹੀਂ ਮੇਰਾ ਲੱਗਦਾ। ਇਹ ਸਵਾਲ ਕੌਣ ਕਰਦਾ ਅੱਜ ਕੱਲ੍ਹ? ਕੋਈ ਨਹੀਂ ਕਰਦਾ। ਪਰ ਜਿਹੜਾ ਇਸ ਰਸਤੇ 'ਤੇ ਤੁਰਿਆ ਹੁੰਦਾ, ਜਿਹਨੇ ਕੋਈ ਸਾਧਨਾ, ਕੋਈ ਨਾਮ ਦਾ ਰਸ ਜਾਂ ਚਾਅ ਹੁੰਦਾ ਅੰਦਰ ਭਗਤੀ ਕਰਨ ਦਾ, ਸਿੱਖੀ ਕਮਾਉਣ ਦਾ, ਨਾਮ ਜਪਣ ਦਾ, ਉਹਦੇ ਇਹ ਸਵਾਲ ਤੇ ਪ੍ਰਸ਼ਨ ਹੁੰਦੇ ਹੈ। ਫਿਰ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਨਿਸ ਬਾਸੁਰ ਵਿਖਿਅਨ ਕੋ ਧਾਵਤ ਕਿਹ ਬਿਧ ਰੋਕੋ ਤਾਹੇ। ਮਨ ਦੀ ਐਸੀ ਅਵਸਥਾ ਹੈ ਸਾਡੇ ਦੀ ਵੀ ਇਹ ਨਿਸ ਬਾਸੁਰ ਦਿਨੇ ਰਾਤ ਵਿਖਿਅਨ ਜਿਹੜੇ ਵਿਸ਼ੇ ਹਨ ਉਹਨਾਂ ਦੇ ਵੱਲ ਧਾਵਤ ਕਹੀਏ ਦੌੜਦਾ ਹੈ, ਭੱਜਦਾ ਹੈ। ਕਿਹ ਬਿਧ ਰੋਕੋ ਤਾਹੇ, ਕਿਸ ਵਿਧੀ ਦੇ ਨਾਲ ਇਸ ਨੂੰ ਰੋਕਿਆ ਜਾਵੇ। ਮਨ ਦੇ ਜਿਹੜੇ ਹਨ 5 ਵਿਸ਼ੇ ਹਨ ਜਿਨ੍ਹਾਂ ਦੇ ਵਿੱਚ ਮਨ ਸਾਡਾ ਪਰਚਦਾ। ਜਿਸ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਵੀ ਇਸੇ ਪ੍ਰਕਾਰ ਧਾਰਮਿਕ ਗ੍ਰੰਥਾਂ ਦੇ ਅੰਦਰ ਜਿਨ੍ਹਾਂ ਨੇ ਆਤਮਾ ਦੀ ਖੋਜ ਕੀਤੀ, ਉਸ ਰਸਤੇ 'ਤੇ ਤੁਰੇ, ਉਹਨਾਂ ਨੇ ਫਿਰ ਬਚਨ ਲਿਖੇ ਕਿ 5 ਵਿਸ਼ੇ ਹਨ: ਸ਼ਬਦ, ਸਪਰਸ਼, ਰੂਪ, ਰਸ, ਗੰਧ। ਕਿ ਇਹ 5 ਜਿਹੜੇ ਵਿਸ਼ੇ ਹਨ ਇਹਨਾਂ ਦੇ ਵਿੱਚ ਸਾਡਾ ਮਨ ਜਿਹੜਾ ਉਹ ਰਾਤ ਦਿਨੇ ਲੱਗਿਆ ਰਹਿੰਦਾ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਉਦਾਹਰਨਾਂ ਦੇ ਕੇ ਸਮਝਾਇਆ। ਤੇ ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ: ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਵੈ, ਤਾਕੀ ਕਿਤ ਕਿਆਸ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਇਹ 5 ਚੀਜ਼ਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਇੱਕ ਇੱਕ ਵਿਸ਼ੇ ਨੂੰ ਗ੍ਰਹਿਣ ਕੀਤਾ। ਇੱਕ ਇੱਕ ਵਿਸ਼ੇ ਨੂੰ ਗ੍ਰਹਿਣ ਕਰਕੇ ਉਹਨਾਂ ਨੇ ਆਪਣਾ ਸਰੀਰ ਵੀ ਲੇਖੇ ਲਾ ਦਿੱਤਾ, ਦੁੱਖ ਵੀ ਝੱਲੇ, ਇੱਕ ਹੀ ਵਿਸ਼ਾ ਗ੍ਰਹਿਣ ਕੀਤਾ। ਪਰ ਜਿਹਦੇ ਅੰਦਰ ਇਹ 5 ਹੀ ਵਸਦੇ ਹੈ ਉਹਦੀ ਕੀ ਆਸ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਮ੍ਰਿਗ, ਮੀਨ, ਮ੍ਰਿਗ ਕਹਿੰਦੇ ਹਨ ਹਿਰਨ ਨੂੰ, ਮੀਨ ਕਹਿੰਦੇ ਹਨ ਮੱਛੀ ਨੂੰ, ਭ੍ਰਿੰਗ ਭੌਰਾ, ਪਤੰਗ ਜਿਹੜਾ ਪਤੰਗਾ ਹੈ, ਕੁੰਚਰ ਕਹਿੰਦੇ ਹਨ ਹਾਥੀ ਨੂੰ, ਏਕ ਦੋਖ ਵਿਨਾਸ਼। ਇਹ ਇੱਕ ਇੱਕ ਵਿਸ਼ੇ ਨੂੰ ਇਹਨਾਂ ਨੇ ਗ੍ਰਹਿਣ ਕੀਤਾ ਤੇ ਦੁਖੀ ਹੋਏ। ਜਿਹੜਾ ਹਿਰਨ ਹੈ ਇਸ ਨੂੰ ਸ਼ਬਦ ਦੇ ਨਾਲ ਪ੍ਰੀਤੀ ਹੈ ਕਿ ਜਦੋਂ ਸ਼ਿਕਾਰੀ ਜਿਹੜੇ ਹਿਰਨ ਨੂੰ ਫੜਦੇ ਹੈ ਤੇ ਉਹ ਕੀ ਕਰਦੇ ਹੈ ਵੀ ਉਹ ਇੱਕ ਆਵਾਜ਼ ਪੈਦਾ ਕਰਦੇ ਹੈ ਜੰਗਲ ਦੇ ਅੰਦਰ। ਉਹ ਆਵਾਜ਼ ਜਿਹੜੀ ਹੈ ਉਹ ਕੈਸੀ ਹੁੰਦੀ ਹੈ, ਉਹਦੇ ਵੱਖੋ ਵੱਖਰੇ ਢੰਗ ਉਹਨਾਂ ਨੇ ਬਣਾਏ ਸ਼ਿਕਾਰੀਆਂ ਨੇ। ਇੱਕ ਤੇ ਜਿਹੜੀ ਆਪਣੀ ਕੈਂਹਾ ਹੁੰਦਾ, ਕੈਂਹ ਦੇ ਭਾਂਡੇ ਹੁੰਦੇ ਹੈ, ਉਹਦੀ ਥਾਲੀ ਲੈ ਕੇ ਤੇ ਉਹਦੇ ਵਿੱਚ ਸਰਾਖ ਕਰਕੇ ਤੇ ਉਹਦੇ ਵਿੱਚ ਮੋਰ ਦਾ ਖੰਭ ਜਿਹੜਾ ਉਸ ਨੂੰ ਫੇਰਦੇ ਆ, ਉਹਦੇ ਤੋਂ ਆਵਾਜ਼ ਨਿਕਲਦੀ ਹੈ ਤੇ ਉਹ ਇੰਨੀ ਸੁਰੀਲੀ ਹੁੰਦੀ ਹੈ ਤੇ ਹਿਰਨ ਉਹਨੂੰ ਸੁਣਦਾ ਤੇ ਐਸਾ ਉਹਦੇ ਵਿੱਚ ਮੁਗਧ ਹੋ ਜਾਂਦਾ, ਉਹਦੇ ਵਿੱਚ ਇੰਨਾ ਜੁੜ ਜਾਂਦਾ ਉਸ ਆਵਾਜ਼ ਦੇ ਵਿੱਚ ਤੇ ਉਹਨੂੰ ਆਪਣੀ ਸੁੱਧ ਬੁੱਧ ਭੁੱਲ ਜਾਂਦੀ ਹੈ। ਤੇ ਜਦੋਂ ਟਿਕ ਕੇ ਖੜ ਜਾਂਦਾ ਉਸੇ ਸਮੇਂ ਸ਼ਿਕਾਰੀ ਉਹਦਾ ਸ਼ਿਕਾਰ ਕਰ ਲੈਂਦੇ। ਇੱਕੋ ਸ਼ਬਦ ਦਾ ਵਿਸ਼ਾ ਗ੍ਰਹਿਣ ਕੀਤਾ ਹਿਰਨ ਨੇ ਤੇ ਜਾਨ ਗਵਾ ਦਿੱਤੀ। ਇਸੇ ਪ੍ਰਕਾਰ ਮੀਨ ਜਿਹੜੀ ਮੱਛੀ ਹੈ ਇਸ ਨੂੰ ਰਸ ਹੈ, ਇਸ ਨੂੰ ਜੀਭ ਦਾ ਸਵਾਦ ਹੈ। ਜਿਹੜੇ ਮੱਛੀਆਂ ਫੜਨ ਵਾਲੇ ਹੈ ਛੱਪੜਾਂ 'ਤੇ ਜਾ ਕੇ ਇੱਕ ਕੁੰਡੀ ਲੈ ਕੇ ਉਹਦੇ ਅਗਲੇ ਬੰਨੇ ਆਟਾ ਜਾਂ ਗੰਡੋਆ ਲਾ ਲੈਂਦੇ ਹੈ, ਕੋਈ ਇੱਦਾਂ ਦੀ ਚੀਜ਼ ਲਾ ਲੈਂਦੇ ਹੈ ਤੇ ਜਦੋਂ ਉਹ ਮੱਛੀ ਜੀਭ ਦੇ ਸਵਾਦ ਦੇ ਲਈ ਉਹਨੂੰ ਗ੍ਰਹਿਣ ਕਰਦੀ ਹੈ, ਕੁੰਡੀ ਜਿਹੜੀ ਹੈ ਗਲ ਵਿੱਚ ਦੀ ਨਿਕਲ ਜਾਂਦੀ ਹੈ
ਤੇ ਉਹਦੇ ਵਿੱਚ ਫਸ ਜਾਂਦੀ ਹੈ। ਇਸੇ ਪ੍ਰਕਾਰ ਹੀ ਫਿਰ ਭ੍ਰਿੰਗ ਭੌਰਾ ਜਿਹੜਾ ਹੈ, ਇਸ ਨੂੰ ਸੁਗੰਧੀ ਦਾ ਵਿਸ਼ਾ ਹੈ। ਕਮਲ ਦਾ ਫੁੱਲ ਖਿੜਦਾ ਹੈ ਤੇ ਭੌਰਾ ਉਹਦੇ ਉੱਤੇ ਮੰਡਰਾਉਂਦਾ, ਜਾ ਕੇ ਉਹਦੀ ਸੁਗੰਧੀ ਲੈਂਦਾ। ਇੰਨਾ ਸੁਗੰਧੀ ਦੇ ਵਿੱਚ ਲੁਭਾਏਮਾਨ ਹੋ ਜਾਂਦਾ। ਤੇ ਕਮਲ ਦਾ ਫੁੱਲ ਜਿਹੜਾ, ਉਹਦੀਆਂ ਪੱਤੀਆਂ ਚੌੜੀਆਂ ਹੁੰਦੀਆਂ ਤੇ ਉਹਦੇ ਉੱਤੇ ਹੀ ਉਹਦੇ ਮਕਰੰਦ ਰਸ ਨੂੰ ਲਈ ਜਾਂਦਾ। ਤੇ ਜਿਵੇਂ ਜਿਵੇਂ ਸੂਰਜ ਢਲਦਾ ਜਾਂਦਾ, ਉਹਦੀਆਂ ਪੰਖੜੀਆਂ ਬੰਦ ਹੁੰਦੀਆਂ ਜਾਂਦੀਆਂ, ਉਹਦੇ ਵਿੱਚ ਹੀ ਕੈਦ ਹੋ ਕੇ ਮਰ ਜਾਂਦਾ। ਇਸੇ ਪ੍ਰਕਾਰ ਹੀ ਫਿਰ ਪਤੰਗਾ ਹੈ। ਪਤੰਗੇ ਦਾ ਜਿਹੜਾ ਵਿਸ਼ਾ, ਉਹ ਰੂਪ ਵੇਖਣ ਦਾ, ਅੱਖਾਂ ਦਾ ਵਿਸ਼ਾ ਪਤੰਗੇ ਦਾ। ਜਿੱਥੇ ਵੀ ਦੀਵਾ ਮੱਚਦਾ, ਦੀਵਾ ਜਲ ਰਿਹਾ, ਉਹਦੇ ਉੱਤੇ ਆ ਕੇ ਮੰਡਰਾਉਂਦਾ, ਉਹਦੀ ਰੌਸ਼ਨੀ ਉਹਨੂੰ ਸੋਹਣੀ ਲੱਗਦੀ ਹੈ ਤੇ ਉੱਥੇ ਆ ਕੇ ਖੰਭ ਉਹਦੇ ਸੜ ਜਾਂਦੇ ਹੈ ਤੇ ਉਹਦੇ ਤੇ ਹੀ ਆ ਕੇ ਤੇ ਆਪਣਾ ਸਰੀਰ ਤਿਆਗ ਦਿੰਦਾ। ਇਸੇ ਪ੍ਰਕਾਰ ਹੀ ਫਿਰ ਕੁੰਚਰ ਹਾਥੀ ਹੈ। ਹਾਥੀ ਨੂੰ ਜਿਹੜਾ ਸਪਰਸ਼ ਦਾ ਰਸ ਹੈ, ਤੇ ਸਪਰਸ਼ ਦਾ ਰਸ ਇਸ ਨੂੰ ਐਸਾ ਹੈ, ਕਹਿੰਦੇ ਵੀ ਜਦੋਂ ਇਸ ਨੂੰ ਫੜਦੇ ਹੈ ਜੰਗਲਾਂ ਦੇ ਅੰਦਰ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਕਿ ਇੱਕ ਕਾਗਜ਼ਾਂ ਦੀ ਹਥਨੀ ਬਣਾਉਂਦੇ ਹੈ। ਪਹਿਲਾਂ ਟੋਆ ਕੱਢ ਕੇ ਵੱਡਾ ਸਾਰਾ ਉਹਨੂੰ ਪੱਤਿਆਂ ਦਾ ਭਰ ਦਿੰਦੇ ਹੈ, ਫਿਰ ਉਹਦੇ ਉੱਤੇ ਉਹ ਕਾਗਜ਼ ਦੀ ਹਥਨੀ ਜਿਹੜੀ ਬਨੌਟੀ ਬਣਾਈ ਹੁੰਦੀ, ਉਹ ਖੜਾ ਦਿੰਦੇ ਹੈ। ਹਾਥੀ ਜਿਹੜਾ ਉਹ ਸਪਰਸ਼ ਦੇ ਰਸ ਦੇ ਅਧੀਨ ਹੋਇਆ, ਕਾਮਕ ਬਿਰਤੀ ਨੂੰ ਲੈ ਕੇ ਜਦੋਂ ਉੱਧਰ ਨੂੰ ਜਾਂਦਾ, ਉਹ ਟੋਏ ਦੇ ਵਿੱਚ ਪੈ ਜਾਂਦਾ। ਫਿਰ ਉਸ ਨੂੰ ਉੱਥੇ ਕਈ ਮਹੀਨੇ ਭੁੱਖਾ ਰੱਖਦੇ ਹੈ। ਜਦੋਂ ਉਹਦੀ ਸ਼ਕਤੀ ਛੀਣ ਹੋ ਜਾਂਦੀ ਹੈ, ਫਿਰ ਉਹਨੂੰ ਅਧੀਨ ਕਰ ਲੈਂਦੇ ਨੇ। ਤੇ ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਹਨ ਕਿ ਏਕ ਦੋਖ ਵਿਨਾਸ਼, ਇਹ ਇੱਕ ਇੱਕ ਵਿਸ਼ੇ ਨੂੰ ਇਹਨਾਂ ਨੇ ਗ੍ਰਹਿਣ ਕੀਤਾ। ਹਿਰਨ ਨੇ ਸ਼ਬਦ ਦਾ ਰਸ ਲਿਆ, ਮੱਛੀ ਨੇ ਜੀਭ ਦਾ ਰਸ ਲਿਆ। ਇਸੇ ਪ੍ਰਕਾਰ ਹੀ ਜਿਹੜਾ ਪਤੰਗਾ, ਉਸਨੇ ਰੂਪ ਦਾ ਰਸ ਲਿਆ, ਭੌਰੇ ਨੇ ਸੁਗੰਧੀ ਲਈ, ਹਾਥੀ ਨੇ ਸਪਰਸ਼ ਦਾ ਰਸ ਲਿਆ। ਏਕ ਦੋਖ ਵਿਨਾਸ਼, ਇੱਕ ਦੋਸ਼ ਕਰਕੇ ਇਹ ਨਾਸ ਹੋ ਗਏ। ਪੰਚ ਦੋਖ ਅਸਾਧ ਜਾ ਮਹਿ, ਤਾਕੀ ਕੇਤਕ ਆਸ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਬੰਦਿਆ ਤੇਰੇ ਤੇ ਅੰਦਰ ਇਹ ਪੰਜੇ ਹੀ ਵਸਦੇ ਹੈ, ਫਿਰ ਤੇਰੀ ਕੀ ਆਸ ਹੈ ਬਚਣ ਦੀ। ਉਹਨਾਂ ਨੇ ਤੇ ਇੱਕ ਇੱਕ ਗ੍ਰਹਿਣ ਕੀਤਾ, ਤੇਰੇ ਅੰਦਰ ਤੇ ਪੰਜੇ ਹੀ ਹੈ। ਤੂੰ ਤੇ ਸ਼ਬਦ ਦੇ ਵਿੱਚ ਵੀ ਅਧੀਨ ਹੋ ਜਾਣਾ, ਜੀਭ ਦਾ ਸਵਾਦ ਵੀ ਤੈਨੂੰ ਪਿਆ ਹੋਇਆ, ਅੱਖਾਂ ਦੇ ਨਾਲ ਰੂਪ ਦੇਖਣ ਦਾ ਵੀ ਤੂੰ ਵਿਸ਼ਾ ਗ੍ਰਹਿਣ ਕੀਤਾ ਹੋਇਆ। ਇਸੇ ਪ੍ਰਕਾਰ ਸਪਰਸ਼ ਦਾ ਵੀ ਤੂੰ ਰਸ ਲੈਣਾ ਹੈ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਦੇ ਵੀ ਰਸ ਲੈਣਾ ਹੈ। ਤਾਂ ਕਿ ਕੇਤਕ ਆਸ, ਤੇਰੀ ਕੀ ਆਸ ਹੈ ਬਚਨ ਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸਾਡਾ ਮਨ ਜਿਹੜਾ ਨਿਸਬਾਸੁਰ ਵਿਖਿਆਨ ਕੋ ਧਾਵਤ, ਇਹ ਰਾਤ ਦਿਨੇ ਇਹਨਾਂ ਪੰਜਾਂ ਦੇ ਵਿਸ਼ਿਆਂ ਦੇ ਅਧੀਨ ਹੀ ਰਹਿੰਦਾ ਹੈ। ਕਿਹ ਬਿਧ ਰੋਕੋ ਤਾਹੇ, ਕਿਸ ਵਿਧੀ ਦੇ ਨਾਲ ਇਸ ਨੂੰ ਰੋਕਿਆ ਜਾਵੇ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਬਚਨ ਉਚਾਰਨ ਕੀਤੇ ਹਨ ਇਹਨਾਂ ਚੀਜ਼ਾਂ ਦਾ ਹੀ ਜ਼ਿਕਰ ਕਰਕੇ, ਕਿ ਇਹ ਜਿਹੜੇ ਵਿਸ਼ੇ ਹਨ, ਗੁਰ ਸਤਿਗੁਰ ਪਾਪ ਨਿਵਾਰੇ, ਕਿ ਇਹ ਤੇ ਗੁਰੂ ਦੀ ਕਿਰਪਾ ਹੋਵੇ, ਸਤਿਗੁਰੂ ਰਹਿਮਤ ਕਰੇ, ਤੇ ਫਿਰ ਹੀ ਇਹ ਜਿਹੜਾ ਸਾਡਾ ਮਨ ਹੈ ਇਹਨਾਂ ਵਿਸ਼ਿਆਂ ਦੇ ਵੱਲੋਂ ਮੁੜਦਾ ਹੈ। ਜਿਵੇਂ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਅੰਦਰ ਬਚਨ ਕੀਤੇ ਹਨ ਕਿ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਆਪਣਾ ਥਾਪੜਾ ਬਖਸ਼ਿਸ਼ ਕਰਦਾ ਹੈ, ਫਿਰ ਇਹ ਜਿਹੜੇ ਪੰਜ ਜਵਾਨ ਹਨ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਬੰਨ੍ਹ ਲਈਦਾ, ਰੋਕ ਲਈਦਾ। ਨਹੀਂ ਤੇ ਇਹਨਾਂ ਦਾ ਵੇਗ ਐਸਾ ਹੈ ਕਿ ਜਿਵੇਂ ਹੜ੍ਹ ਦਾ ਪਾਣੀ ਆਉਂਦਾ ਨਾ, ਤੇ ਹੜ੍ਹ ਦੇ ਵਿੱਚ ਕੌਣ ਖੜ੍ਹ ਸਕਦਾ, ਕੋਈ ਵਿਰਲਾ ਹੀ ਖੜ੍ਹ ਸਕਦਾ। ਹੜ੍ਹ ਦਾ ਪਾਣੀ ਸਭ ਨੂੰ ਰੋੜ ਕੇ ਲੈ ਜਾਂਦਾ। ਇਹਨਾਂ ਵਿਸ਼ਿਆਂ ਦਾ ਵੇਗ ਐਸਾ ਹੁੰਦਾ ਹੈ ਵੀ ਇਹਦੇ ਵਿੱਚ ਮਨ ਨੂੰ ਖੜਾਉਣਾ, ਰੋਕਣਾ ਬੜਾ ਕਠਿਨ ਕਾਰਜ ਹੈ। ਖੜ੍ਹਦਾ ਨਹੀਂ ਮਨ। ਮਨ ਜਿਹੜਾ ਕਾਮ ਦੀਆਂ ਲਹਿਰਾਂ ਅੱਗੇ ਰੁਕ ਜਾਏ, ਉੱਧਰੋਂ ਮੁੜ ਆਵੇ, ਬੜਾ ਔਖਾ ਕੰਮ ਹੈ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਕ੍ਰੋਧ ਵੱਲੋਂ ਮੋੜ ਆਵੇ, ਲੋਭ ਵੱਲੋਂ ਮੋੜ ਆਵੇ, ਹੰਕਾਰ ਵੱਲੋਂ ਮੋੜ ਆਵੇ। ਇੱਧਰਲੇ ਪਾਸਿਓਂ ਮੋੜਨ ਵਾਸਤੇ ਹੀ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ, ਗੁਰੂ ਦੀ ਸੇਵਾ ਤੇ ਬਾਣੀ ਦੀ ਵਿਚਾਰ ਹੈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਬਚਨ ਕਰਦੇ ਹਨ, ਮਾਈ ਮਨ ਮੇਰੋ ਬਸ ਨਾਹੇ। ਕਿ ਸਤਿਗੁਰੂ ਦੇ ਅੱਗੇ ਇੱਦਾਂ ਬੇਨਤੀਆਂ ਕਰੀਏ ਕਿ ਪਰਮੇਸ਼ਰ ਵਾਹਿਗੁਰੂ, ਸਾਡਾ ਜਿਹੜਾ ਮਨ ਹੈ ਉਹ ਵਸ ਦੇ ਵਿੱਚ ਨਹੀਂ ਹੈ। ਮਨ ਕਿਵੇਂ ਵਸ ਦੇ ਵਿੱਚ ਆਉਂਦਾ ਹੈ? ਤੇ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਗੁਰੂ ਦੀ ਪੂਰਨ ਕਿਰਪਾ ਹੁੰਦੀ ਹੈ ਫੇਰ ਹੀ ਮਨ ਜਿਹੜਾ ਉਹ ਵਸ ਦੇ ਵਿੱਚ ਆਉਂਦਾ ਹੈ। ਤੇ ਮਨ ਨੂੰ ਵਸ ਦੇ ਵਿੱਚ ਕਰਨ ਵਾਸਤੇ ਜੁਗਤੀਆਂ ਹਨ, ਢੰਗ ਤਰੀਕੇ ਹੈ। ਜਿਵੇਂ ਆਪਾਂ ਅਰਦਾਸ ਕਰਦੇ ਹਾਂ ਗੁਰੂ ਦੇ ਅੱਗੇ, ਉਹਦੇ ਅੰਦਰ ਵੀ ਆਪਾਂ ਇਹ ਲਫ਼ਜ਼ ਵਰਤਦੇ ਹਾਂ, ਮਨ ਨੀਵਾਂ ਮਤ ਉੱਚੀ। ਕਿ ਮਨ ਜਿਹੜਾ ਇਹਨੂੰ ਨੀਵਾਂ ਰੱਖੋ। ਜੇ ਸਾਡਾ ਮਨ ਨੀਵਾਂ ਹੈ ਤੇ ਮਤ ਜਿਹੜੀ ਹੈ ਉਹ ਆਪਣੇ ਆਪ ਉੱਚੀ ਹੋ ਜਾਂਦੀ ਹੈ। ਤੇ ਮਨ ਦੇ ਅੰਦਰ ਨਿਮਰਤਾ ਹੈ, ਗਰੀਬੀ ਹੈ, ਤੇ ਫਿਰ ਇਹ ਵਿਸ਼ੇ ਵਿਕਾਰ ਜਿਹੜੇ ਆ ਇਹਨਾਂ ਤੋਂ ਜੀਵ ਬਚ ਜਾਂਦਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਾਈ ਮਨ ਮੇਰੋ ਬਸ ਨਾਹੇ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਹੇ ਮਹਾਤਮਾ ਜਨੋ, ਸੰਤ ਜਨੋ, ਸਾਡਾ ਮਨ ਜਿਹੜਾ ਹੈ ਜਗਿਆਸੂ ਮੁਖ ਦੁਆਰਾ ਕਹਿੰਦੇ ਹਨ ਕਿ ਵਸ ਦੇ ਵਿੱਚ ਨਹੀਂ ਆਉਂਦਾ ਹੈ। ਨਿਸਬਾਸੁਰ ਵਿਖਿਅਨ ਕਉ ਧਾਵਤ, ਕਿਹ ਬਿਦ ਰੁਕਉ ਤਾਹੇ। ਕਿ ਸਾਡਾ ਮਨ ਜਿਹੜਾ ਉਹ ਦਿਨੇ ਰਾਤ ਵਿਸ਼ਿਆਂ ਦੇ ਵਿੱਚ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਦੇ ਵਿੱਚ ਹੀ ਧਾਵਤ ਕਹੀਏ ਦੌੜਦਾ ਹੈ, ਭੱਜਦਾ ਹੈ। ਮਨ ਦੀ ਐਸੀ ਸਪੀਡ ਹੈ ਕਿ ਮਨ ਦੀ ਚਾਲ ਦੇ ਬਰਾਬਰ ਹੋਰ ਕਿਸੇ ਦੀ ਵੀ ਚਾਲ ਨਹੀਂ ਹੈ। ਐਸੀ ਮਨ ਦੀ ਚਾਲ ਹੈ। ਸਤਿਗੁਰੂ ਜੀ ਬਚਨ ਕਰਦੇ ਹਨ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਐਸੀ ਮਨ ਦੀ ਚਾਲ ਹੈ। ਇਹਦੀ ਸਪੀਡ, ਇਹਦੀ ਦੌੜ ਬੜੀ ਤੇਜ਼ ਹੈ। ਇੱਕ ਛਿਣ ਦੇ ਵਿੱਚ ਹੀ ਮਨ ਜਿਹੜਾ ਉਹ ਕਿਤੇ ਦੀ ਕਿਤੇ ਚਲ ਜਾਂਦਾ। ਮਨ ਕੀ ਹੈ ਕਿ ਮਨ ਸੰਕਲਪ ਵਿਕਲਪ ਜਿਹੜੇ ਅੰਦਰੋਂ ਫੁਰਦੇ ਹੈ, ਉਸੇ ਨੂੰ ਮਨ ਆਖਿਆ ਜਾਂਦਾ। ਸੰਕਲਪੋ ਵਿਕਲਪੋ ਹੀ ਮਨਾ। ਜੋ ਸਾਡੇ ਅੰਦਰੋਂ ਫੁਰਨੇ ਫੁਰਦੇ ਹੈ, ਉਹ ਫੁਰਨਿਆਂ, ਉਹ ਖਿਆਲਾਂ ਦੇ ਵਿੱਚ ਹੀ ਸੁਰਤ ਚਲੀ ਜਾਂਦੀ ਹੈ। ਤੇ ਉਹਨਾਂ ਫੁਰਨਿਆਂ ਨੂੰ, ਖਿਆਲਾਂ ਨੂੰ ਦੌੜਨੋਂ ਭੱਜਣੋਂ ਰੋਕਣਾ, ਇਹ ਮਨ ਨੂੰ ਰੋਕਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਕਿਹ ਬਿਦ ਰੋਕੋ ਤਾਹੇ। ਕਿਸ ਵਿਧੀ ਦੇ ਨਾਲ ਇਸ ਨੂੰ ਰੋਕਣਾ ਕਰੀਏ? ਰਹਾਉ ਵੇਦ ਪੁਰਾਨ ਸਿਮਰਤ ਕੇ ਮਤ ਸੁਣ, ਨਿਮਖ ਨਾਹੀਏ ਬਸਾਵੈ। ਸਤਿਗੁਰੂ ਜੀ ਕਹਿੰਦੇ ਇਸ ਮਨ ਦੇ ਤਾਈਂ ਵੇਦ, 4 ਵੇਦ ਹਨ, 18 ਪੁਰਾਣ ਹਨ, 27 ਸਿਮਰਤੀਆਂ ਹਨ। ਫਿਰ ਰਿਸ਼ੀਆਂ ਮੁਨੀਆਂ ਦੇ ਆਪੋ ਆਪਣੇ ਮਤ ਹਨ, ਸਿਧਾਂਤ ਹਨ। ਉਹਨਾਂ ਨੂੰ ਸੁਣ ਕੇ ਨਿਮਖ ਨਾਹੀਏ ਬਸਾਵੈ। ਸਭ ਕੁਝ ਸੁਣ ਕੇ ਵੀ ਮਨ ਜਿਹੜਾ ਉਹ ਰੱਤੀ ਮਾਤਰ ਵੀ ਹਿਰਦੇ ਦੇ ਅੰਦਰ ਗ੍ਰਹਿਣ ਨਹੀਂ ਕਰਦਾ। ਕਿ ਜਿਹੜਾ ਸਾਡਾ ਹਿਰਦਾ ਹੈ ਉਹਦੇ ਅੰਦਰ ਕੋਈ ਗੁਣ ਵਸਾਉਣੇ, ਮਨ ਜਿਹੜਾ ਉਹਨਾਂ ਨੂੰ ਸੁਣ ਵੀ ਲੈਂਦਾ, ਸਮਝ ਵੀ ਲੈਂਦਾ, ਗੁਰੂ ਦੀ ਸਿੱਖਿਆ ਵੀ ਸੁਣ ਲੈਂਦਾ। ਸਭ ਕੁਝ ਸੁਣ ਕੇ ਵੀ ਫਿਰ ਵੀ ਉਹਨੂੰ ਮੰਨਣ ਤੋਂ ਜਿਹੜਾ ਤਿਆਰ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਵੇਦਾਂ, ਪੁਰਾਣਾਂ, ਸਿਮਰਤੀਆਂ, ਜਿੰਨਿਆਂ ਨੇ ਵੀ ਇਸ ਮਨ ਨੂੰ ਸਮਝਾਉਣ ਵਾਸਤੇ ਕੋਈ ਗ੍ਰੰਥ ਲਿਖੇ, ਕੋਈ ਸਿੱਖਿਆ ਲਿਖੀਆਂ, ਉਹਨਾਂ ਨੂੰ ਸੁਣਦਾ ਵੀ ਹੈ, ਪੜ੍ਹਦਾ ਵੀ ਹੈ, ਸਮਝਦਾ ਵੀ ਹੈ,
ਪਰ ਉਹਨਾਂ ਨੂੰ ਮੰਨਣ ਵੱਲੋਂ ਮਨ ਜਿਹੜਾ ਤਿਆਰ ਨਹੀਂ ਹੁੰਦਾ। ਸਭ ਕੁਝ ਸੁਣ ਲੈਂਦਾ, ਸਮਝ ਲੈਂਦਾ, ਪਰ ਉਹਦੇ 'ਤੇ ਚੱਲਣਾ, ਉਹਦੇ ਅਨੁਸਾਰ ਜੀਵਨ ਬਣਾਉਣਾ, ਢਲਣਾ ਉਹਦੇ ਅਨੁਸਾਰ, ਇਸ ਪਾਸੇ ਵੱਲ ਮਨ ਜਿਹੜਾ ਰੱਤੀ ਮਾਤਰ ਵੀ, ਨਿਮਖ ਮਾਤਰ ਵੀ ਵਸਾਉਂਦਾ ਨਹੀਂ ਅੰਦਰ। ਪਰ ਧਨ ਪਰਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੈ। ਸਤਿਗੁਰੂ ਜੀ ਕਹਿੰਦੇ ਪਰਾਇਆ ਧਨ ਇਸੇ ਪ੍ਰਕਾਰ ਪਰਦਾਰਾ, ਪਰਾਏ ਸੰਗ ਭੋਗਣ ਦੇ ਵਿੱਚ, ਪਰਾਏ ਰੂਪ ਵੇਖਣ ਦੇ ਵਿੱਚ ਇਹ ਰਚਿਆ ਹੋਇਆ, ਬੜਾ ਉਹਦੇ ਵਿੱਚ ਇਹ ਅਧੀਨ ਹੋਇਆ ਹੋਇਆ। ਬਿਰਥਾ ਜਨਮ ਸਰਾਵੈ, ਆਪਣਾ ਜਿਹੜਾ ਜਨਮ ਹੈ ਮਨੁੱਖਾ ਜਨਮ, ਇਸ ਨੂੰ ਵਿਅਰਥ ਹੀ ਬਤੀਤ ਕਰ ਰਿਹਾ, ਲੰਘਾ ਰਿਹਾ। ਪਰਾਈ ਜਿਹੜੀ ਚੀਜ਼ ਹੁੰਦੀ ਹੈ ਉਹ ਮਨ ਨੂੰ ਬੜੀ ਚੰਗੀ ਲੱਗਦੀ ਹੈ। ਪਰਾਈ ਚੀਜ਼ ਵੇਖੇ ਮਨ ਖੁਸ਼ ਹੋ ਜਾਂਦਾ ਵੀ ਮੇਰੀ ਹੋਵੇ। ਪਰਾਇਆ ਧਨ ਜੇ ਵੇਖਦਾ, ਮਾਇਆ ਵੇਖਦਾ, ਪੈਸਾ ਵੇਖਦਾ, ਸੋਨਾ ਚਾਂਦੀ ਵੇਖਦਾ, ਉਹਨੂੰ ਉਹ ਵੀ ਬੜੀ ਚੰਗੀ ਲੱਗਦੀ ਹੈ ਕਿ ਇਸ ਨੂੰ ਚੁਰਾ ਲਿਆ ਜਾਵੇ, ਇਹ ਮੇਰੇ ਅਧੀਨ ਹੋ ਜਾਏ। ਰੂਪ ਵੇਖਦਾ ਪਰਾਇਆ, ਉਹ ਵੀ ਨਹੀਂ ਜਰਿਆ ਜਾਂਦਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਇਹ ਪਰਾਈਆਂ ਚੀਜ਼ਾਂ ਨੂੰ ਭੋਗਣ ਦੇ ਵਿੱਚ ਮਨ ਜਿਹੜਾ ਬੜਾ ਬਲਵਾਨ ਹੋ ਜਾਂਦਾ, ਬੜਾ ਸ਼ਕਤੀਸ਼ਾਲੀ ਸਮਝਦਾ ਆਪਣੇ ਆਪ ਨੂੰ। ਪਰ ਇਹ ਇਸ ਕਰਮ ਦੇ ਵਿੱਚ ਲੱਗ ਕੇ ਆਪਣਾ ਜਿਹੜਾ ਜਨਮ ਹੈ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹੀਰਿਆਂ ਵਰਗੇ ਜਨਮ ਨੂੰ ਇਹ ਕੌਡੀਆਂ ਦੇ ਬਦਲੇ ਹੀ ਲੰਘਾ ਜਾਂਦਾ, ਗਵਾ ਜਾਂਦਾ ਹੈ। ਮਦ ਮਾਇਆ ਕੈ ਭਇਓ ਬਾਵਰੋ, ਸੂਝਤ ਨਹਿ ਕਛ ਗਿਆਨਾ। ਸਤਿਗੁਰੂ ਜੀ ਕਹਿੰਦੇ ਮਦ ਮਾਇਆ ਕੈ ਭਇਓ ਬਾਵਰੋ। ਜਿਵੇਂ ਇੱਕ ਸ਼ਰਾਬੀ ਬੰਦਾ ਹੁੰਦਾ, ਉਹਨੇ ਸ਼ਰਾਬ ਪੀਤੀ ਹੁੰਦੀ ਹੈ, ਨਸ਼ਾ ਕੀਤਾ ਹੁੰਦਾ, ਤੇ ਉਹ ਕਮਲਿਆਂ ਵਾਂਗੂ ਹੁੰਦਾ, ਉਹਨੂੰ ਕੋਈ ਸੁਰਤ ਨਹੀਂ ਹੁੰਦੀ, ਕੋਈ ਪਤਾ ਨਹੀਂ ਹੁੰਦਾ ਕਿੱਥੇ ਤੁਰਿਆ ਜਾ ਰਿਹਾ, ਕਿਹਦੇ ਨਾਲ ਗੱਲ ਕਰ ਰਿਹਾ, ਕੀ ਬੋਲ ਰਿਹਾ, ਕੁਝ ਨਹੀਂ ਉਹਨੂੰ ਸਮਝ ਹੁੰਦੀ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਮਦ ਮਾਇਆ ਕੈ, ਜਿਹੜਾ ਮਾਇਆ ਦਾ ਨਸ਼ਾ ਹੈ ਨਾ, ਉਹਦੇ ਵਸ ਹੋਇਆ ਜਿਹੜਾ ਮਨ ਹੈ ਉਹ ਬਾਵਰੋ, ਬੌਰਾ ਹੋ ਰਿਹਾ, ਕਮਲਾ ਹੋ ਰਿਹਾ। ਸੂਝਤ ਨਹਿ ਕਛ ਗਿਆਨਾ, ਕੁਝ ਵੀ ਸੁਝਦਾ ਨਹੀਂ, ਕੁਝ ਵੀ ਗਿਆਨ ਦੀ ਗੱਲ ਨੂੰ ਨਹੀਂ ਸਮਝਦਾ। ਸਤਿਗੁਰਾਂ ਨੇ ਮਾਇਆ ਧਾਰੀ ਦੇ ਲੱਛਣ ਲਿਖੇ ਹੈ, ਜਿਹਦੇ ਉੱਤੇ ਮਾਇਆ ਦਾ ਨਸ਼ਾ ਹੋਇਆ ਹੁੰਦਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਕਿ ਜਿਹਦੇ ਉੱਤੇ ਮਾਇਆ ਦਾ ਨਸ਼ਾ ਹੋਇਆ ਹੁੰਦਾ, ਉਹ ਸਤਿਗੁਰੂ ਜੀ ਕਹਿੰਦੇ ਬੋਲਾ ਵੀ ਹੁੰਦਾ ਤੇ ਅੰਨਾ ਵੀ ਹੁੰਦਾ। ਨਾ ਉਹਨੂੰ ਸ਼ਬਦ ਜਿਹੜਾ ਸੁਣਨਾ ਚੰਗਾ ਲੱਗਦਾ, ਨਾ ਉਸ ਚੰਗੀ ਚੀਜ਼ ਨੂੰ ਹੀ ਵੇਖਦਾ। ਇਸ ਕਰਕੇ ਇਹ ਮਾਇਆ ਐਸੀ ਛਲ ਰੂਪ ਹੈ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਦਾ ਛਲ ਕੀ ਹੈ ਕਿ ਤ੍ਰਿਣ ਕੀ ਅਗਨ, ਜਿਵੇਂ ਕੱਖ ਆਪਾਂ ਇਕੱਠੇ ਕਰ ਲਈਏ ਤੇ ਉਹਨਾਂ ਦੀ ਅੱਗ ਹੁੰਦੀ ਹੈ। ਕੱਖਾਂ ਦੀ ਅੱਗ ਜਿਹੜੀ ਹੈ ਉਹ ਕਿੰਨਾ ਕੁ ਚਿਰ ਰਹਿੰਦੀ ਹੈ, ਨਾਲ ਦੀ ਨਾਲ ਸ਼ਾਂਤ ਹੋਈ ਜਾਂਦੀ ਹੈ। ਇਸੇ ਪ੍ਰਕਾਰ ਮੇਘ ਕੀ ਛਾਇਆ, ਬੱਦਲਾਂ ਦੀ ਛਾਂ ਜਿਹੜੀ ਹੈ ਉਹ ਕਿੰਨਾ ਕੁ ਚਿਰ ਆਉਂਦੀ ਹੈ, 1 ਸਕਿੰਟ 2 ਸਕਿੰਟ ਆਉਂਦੀ ਹੈ, ਫਿਰ ਧੁੱਪ ਆਉਂਦੀ ਹੈ। ਇਸੇ ਪ੍ਰਕਾਰ ਹੜਕਾ ਜਲ, ਹੜ੍ਹ ਦਾ ਪਾਣੀ ਜਿਵੇਂ ਹੁੰਦਾ, ਅੱਗੇ ਚੜ੍ਹਦਾ ਜਾਂਦਾ, ਪਿੱਛੇ ਉਤਰਦਾ ਜਾਂਦਾ, ਇਹ ਮਾਇਆ ਹੈ। ਐਸੀ ਮਾਇਆ ਹੈ ਕਿ ਇਹਦੇ ਸੁੱਖ ਜਿਹੜੇ ਹੈ ਬੜੇ ਮਨੁੱਖ ਨੂੰ ਚੰਗੇ ਲੱਗਦੇ ਆ, ਸਵਾਦਲੇ ਲੱਗਦੇ ਆ, ਪਰ ਉਹ ਥੋੜ੍ਹੇ ਛਿਣ ਭੰਗਰੀ ਸੁੱਖ ਹੁੰਦੇ ਆ, ਬਾਅਦ ਦੇ ਵਿੱਚ ਫਿਰ ਦੁੱਖ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਦ ਮਾਇਆ ਕੈ ਭਇਓ ਬਾਵਰੋ, ਇਸ ਮਾਇਆ ਦੇ ਨਸ਼ੇ ਦੇ ਵਿੱਚ ਕਮਲਾ ਹੋ ਗਿਆ ਜੀਵ। ਤੇ ਨਹਿ ਸੂਝਤ ਨਹਿ ਕਛ ਗਿਆਨਾ, ਕੁਝ ਗਿਆਨ, ਕੋਈ ਸਮਝ ਤੇ ਸੂਝ ਜਿਹੜੀ ਹੈ ਰੱਤੀ ਮਾਤਰ ਵੀ ਨਹੀਂ ਕਰਦਾ। ਘਟ ਹੀ ਭੀਤਰ ਬਸਤ ਨਿਰੰਜਨ, ਤਾਕੋ ਮਰਮ ਨ ਜਾਨਾ। ਸਤਿਗੁਰੂ ਜੀ ਕਹਿੰਦੇ ਹਿਰਦੇ ਦੇ ਅੰਦਰ ਹੀ, ਘਟ ਨਾਮ ਹੁੰਦਾ ਹਿਰਦੇ ਦਾ, ਹਿਰਦੇ ਦੇ ਅੰਦਰ ਹੀ ਬਸਤ ਨਿਰੰਜਨ, ਜੋ ਨਿਰਅੰਜਨ, ਮਾਇਆ ਦੀ ਕਾਲਖ ਤੋਂ ਰਹਿਤ, ਸ਼ੁੱਧ ਸਰੂਪ ਜੋ ਪਰਮੇਸ਼ਰ ਵਾਹਿਗੁਰੂ ਅੰਦਰ ਹੀ ਵਸਦਾ ਹੈ। ਤਾਕੋ ਮਰਮ ਨ ਜਾਨਾ, ਉਹਦਾ ਜਿਹੜਾ ਮਰਮ ਭੇਦ ਸੀ ਉਸ ਨੂੰ ਇਸ ਨੇ ਨਹੀਂ ਜਾਣਿਆ ਕਿ ਉਹ ਪਰਮਾਤਮਾ ਤੇ ਤੇਰੇ ਅੰਦਰ ਵਸਦਾ ਹੈ, ਤੇ ਤੂੰ ਜਿਹੜੇ ਕਰਮ ਕਰਦਾ, ਛਲ ਕਰਦਾ, ਠੱਗੀਆਂ ਮਾਰਦਾ, ਧੋਖੇ ਕਰਦਾ,
ਔਗਣ ਕਰਦਾ, ਪਾਪ ਕਰਦਾ, ਉਹਨਾਂ ਦਾ ਹਿਸਾਬ ਕਿਤਾਬ ਤੇ ਮਨੁੱਖ ਦਾ ਮਨ ਜਿਹੜਾ ਉਹ ਇਹ ਕਹਿੰਦਾ ਕਿ ਨਹੀਂ, ਕਿਸੇ ਨੂੰ ਤੇ ਪਤਾ ਹੀ ਨਹੀਂ ਚੱਲਿਆ, ਤੂੰ ਤੇ ਕਿਸੇ ਨੂੰ ਦੱਸਿਆ ਹੀ ਨਹੀਂ, ਤੇਰਾ ਤੇ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਵੀ ਤੂੰ ਕੀ ਕੀਤਾ। ਪਰ ਉਹ ਅੰਦਰ ਜਿਹੜਾ ਬੈਠਾ ਹੈ, ਅੱਗੋਂ ਦੇਖਿਆ ਹੈ, ਪਿੱਛੋਂ ਦੇਖਿਆ ਹੈ, ਤਿਸ ਤੇ ਕਿਆ ਛੁਪਾਵੇ, ਉਹਦੇ ਤੋਂ ਕੀ ਕੋਈ ਛੁਪਾ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਤੇਰੇ ਹਿਰਦੇ ਦੇ ਅੰਦਰ ਜੋ ਪਰਮੇਸ਼ਰ ਵਾਹਿਗੁਰੂ ਵਸਦਾ ਹੈ, ਉਹਦੇ ਭੇਦ ਨੂੰ ਤੂੰ ਨਹੀਂ ਜਾਣਿਆ। ਜਬ ਹੀ ਸਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਸਤਿਗੁਰੂ ਜੀ ਇਲਾਜ ਦੱਸਦੇ ਆ ਵੀ ਮਨ ਦਾ ਕਿੱਥੇ ਹੁੰਦਾ, ਕਿਉਂਕਿ ਤਨ ਦੇ ਸਾਡੇ ਰੋਗ ਹੁੰਦੇ ਆ, ਮਨ ਦੇ ਰੋਗ ਹੁੰਦੇ ਆ। ਜੇ ਸਰੀਰ ਨੂੰ ਕੋਈ ਰੋਗ ਲੱਗਿਆ, ਉਹਦੇ ਵਾਸਤੇ ਡਾਕਟਰ ਹਨ, ਵੈਦ ਹਨ, ਹਕੀਮ ਹਨ, ਦਵਾਈਆਂ ਹਨ, ਆਪਾਂ ਇਲਾਜ ਕਰਾਉਣੇ ਆ। ਤੇ ਸਰੀਰ ਦੇ ਦੁੱਖ ਨੂੰ ਤੇ ਆਪਾਂ ਜੇ ਥੋੜ੍ਹਾ ਜਿਹਾ ਵੀ ਆ ਜਾਏ ਤੇ ਭੱਜ ਕੇ ਜਾਂਦੇ ਆ ਵੀ ਇਲਾਜ ਕਰਾਓ, ਇਹਦਾ ਕਿਤੇ ਵੱਧ ਨਾ ਜਾਏ, ਕਿਤੇ ਇਹ ਬਿਮਾਰੀ ਹੋਰ ਰੂਪ ਨਾ ਲੈ ਜਾਏ, ਛੇਤੀ ਤੋਂ ਛੇਤੀ ਇਲਾਜ ਹੋਵੇ। ਪਰ ਜਿਹੜੇ ਮਨ ਦੇ ਰੋਗ ਹੈ, ਜਿਹੜੇ ਮਨ ਨੂੰ ਔਗਣ ਲੱਗੇ ਹੈ, ਮਨ ਜਿਹੜਾ ਰੋਗੀ ਹੋ ਰਿਹਾ, ਉਹਦਾ ਇਲਾਜ ਨਹੀਂ ਆਪਾਂ ਕਰਾਉਂਦੇ। ਉਹਦਾ ਇਲਾਜ ਕਿੱਥੇ ਹੁੰਦਾ? ਸਤਿਗੁਰੂ ਜੀ ਕਹਿੰਦੇ, ਜਬ ਹੀ ਸਰਨ ਸਾਧ ਕੀ ਆਇਓ। ਜਦੋਂ ਇਹ ਸਾਧ ਦਾ ਅਰਥ ਹੈ ਗੁਰੂ, ਜਿਨ੍ਹਾਂ ਨੇ ਸਾਧਿਆ ਹੋਇਆ ਆਪਣੇ ਤਨ ਮਨ ਨੂੰ, ਐਸੇ ਗੁਰੂ ਦੀ ਜਦੋਂ ਸ਼ਰਨ ਦੇ ਵਿੱਚ ਆਉਂਦਾ ਹੈ, ਫਿਰ ਦੁਰਮਤ ਸਗਲ ਬਨਾਸੀ, ਫਿਰ ਇਹਦੀ ਖੋਟੀ ਮੱਤ ਜਿਹੜੀ ਆ ਉਹ ਸਾਰੀ ਨਾਸ ਹੁੰਦੀ ਹੈ। ਗੁਰੂ ਦੇ ਗਿਆਨ ਦੁਆਰਾ, ਗੁਰੂ ਦੇ ਉਪਦੇਸ਼ਾਂ ਦੁਆਰਾ ਮਨ ਦੇ ਵਿੱਚ ਜਿਹੜੇ ਰੋਗ ਲੱਗੇ ਹੁੰਦੇ ਹੈ, ਹਉਮੈ ਦੀਰਘ ਰੋਗ ਹੈ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਇਹ ਰੋਗ ਹਨ ਜਿਹੜੇ ਮਨ ਨੂੰ ਲੱਗੇ ਆ। ਤ੍ਰਿਸ਼ਨਾ ਦਾ ਲੱਗਿਆ, ਹਉਮੈ ਦਾ ਲੱਗਿਆ। ਇਸ ਪ੍ਰਕਾਰ ਇਹਨਾਂ ਦਾ ਇਲਾਜ ਹੁੰਦਾ ਗੁਰੂ ਦੁਆਰਾ, ਗੁਰੂ ਦੇ ਗਿਆਨ ਦੁਆਰਾ, ਉਪਦੇਸ਼ਾਂ ਦੁਆਰਾ। ਤੇ ਜਦੋਂ ਉਹ ਉਪਦੇਸ਼, ਉਹ ਗਿਆਨ ਹਿਰਦੇ 'ਚ ਵਸਾਉਂਦਾ ਹੈ, ਫਿਰ ਜਿਹੜੀ ਦੁਰਮਤ ਖੋਟੀ ਮੱਤ ਹੈ ਉਹ ਨਾਸ ਹੋ ਜਾਂਦੀ ਹੈ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਸਤਿਗੁਰੂ ਜੀ ਕਹਿੰਦੇ, ਫਿਰ ਇਹ ਚੇਤਿਓ ਚਿੰਤਾ ਮਨ, ਸਾਰੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲਾ ਜੋ ਪਰਮੇਸ਼ਰ ਦਾ ਨਾਮ ਹੈ, ਉਸ ਨੂੰ ਇਸ ਨੇ ਚੇਤੇ ਕੀਤਾ। ਕਾਟੀ ਜਮ ਕੀ ਫਾਸੀ, ਫਿਰ ਜਮਾਂ ਦੀਆਂ ਫਾਹੀਆਂ ਜਿਹੜੀਆਂ ਸਨ ਉਹ ਸਾਰੀਆਂ ਹੀ ਕੱਟੀਆਂ ਗਈਆਂ। ਜਮਾਂ ਦੀਆਂ ਜਿਹੜੀਆਂ ਫਾਹੀਆਂ ਪਈਆਂ ਹੋਈਆਂ ਸਨ ਪ੍ਰਤੱਖ ਰੂਪ ਦੇ ਅੰਦਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਜਮ ਮੰਨੇ ਆ। ਇਹਨਾਂ ਦੀਆਂ ਫਾਹੀਆਂ ਪਈਆਂ ਹੋਈਆਂ ਸੀ ਮਨ ਨੂੰ, ਉਹ ਵੀ ਟੁੱਟ ਗਈਆਂ। ਉਹ ਜਦੋਂ ਨਾਸ ਹੋ ਗਈਆਂ, ਮਨ ਜਿਹੜਾ ਉਹ ਨਾਮ ਦੇ ਵਿੱਚ ਜੁੜ ਗਿਆ, ਫਿਰ ਅੱਗੇ ਪ੍ਰਲੋਕ ਦੀਆਂ ਫਾਹੀਆਂ ਜਿਹੜੀਆਂ ਪੈਣੀਆਂ ਜਮਾਂ ਦੀਆਂ, ਉਹ ਵੀ ਨਾਸ ਹੋ ਗਈਆਂ। ਸੋਰਠ ਮਹੱਲਾ ਨਾਵਾ, ਰੇ ਨਰ ਇਹ ਸਾਚੀ ਜੀ ਧਾਰ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਗਲੇ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰੇ ਨਰ, ਸਤਿਗੁਰੂ ਜੀ ਕਹਿੰਦੇ, ਹੇ ਨਰ, ਹੇ ਪੁਰਸ਼, ਹੇ ਮਨੁੱਖ, ਇਹ ਸਾਚੀ ਜੀ ਧਾਰ। ਇਹ ਸੱਚੀ ਗੱਲ ਜਿਹੜੀ ਹੈ ਆਪਣੇ ਜੀ ਦੇ ਅੰਦਰ, ਆਪਣੇ ਦਿਲ ਦੇ ਅੰਦਰ ਤੂੰ ਧਾਰਨ ਕਰ ਲੈ। ਤੈਨੂੰ ਦੱਸਦੇ ਆ ਕਿਹੜੀ ਗੱਲ ਸੱਚੀ ਹੈ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਸਤਿਗੁਰੂ ਜੀ ਕਹਿੰਦੇ, ਜਿੰਨਾ ਤੂੰ ਇਹ ਜਗਤ ਪਸਾਰਾ ਵੇਖ ਰਿਹਾ, ਇਹ ਇਸ ਤਰ੍ਹਾਂ ਹੈ ਜੈਸੇ ਸੁਪਨਾ। ਜਿਵੇਂ ਤੂੰ ਰਾਤ ਨੂੰ ਸੌਂ ਗਿਆ ਤੇ ਰਾਤ ਨੂੰ ਸੁੱਤੇ ਨੂੰ ਤੈਨੂੰ ਸੁਪਨਾ ਆ ਗਿਆ, ਤੇ ਸੁਪਨੇ ਦੇ ਅੰਦਰ ਤੂੰ ਰਾਜਾ ਬਣ ਗਿਆ, ਤੇਰੇ ਮਹਿਲ ਮਾੜੀਆਂ ਬਣ ਗਏ, ਤੇਰੀਆਂ ਰਾਣੀਆਂ ਬਣ ਗਈਆਂ, ਵੱਡਾ ਰਾਜ ਭਾਗ ਤੂੰ ਕਰ ਲਿਆ। ਤੇ ਜਦੋਂ ਅੱਖ ਖੁੱਲ੍ਹੀ ਤੇ ਫਿਰ ਕੁਛ ਵੀ ਨਹੀਂ। ਉਸੇ ਤਰ੍ਹਾਂ ਹੀ ਜਿਵੇਂ ਉਹ ਅਵਸਥਾ, ਇਹ ਤਿੰਨ ਤਰ੍ਹਾਂ ਦੀਆਂ ਅਵਸਥਾਵਾਂ ਹਨ। ਇੱਕ ਨੂੰ ਜਾਗਰਤ ਕਹਿੰਦੇ ਆ, ਇੱਕ ਨੂੰ ਸੁਪਨ ਕਹਿੰਦੇ, ਇੱਕ ਨੂੰ ਸੁਖੋਪਤੀ ਕਹਿੰਦੇ ਹੈ। ਜੇ ਇਹ ਸਾਡੇ, ਜਿਵੇਂ ਜਦੋਂ ਆਪਾਂ ਜਾਗਦੇ ਹਾਂ, ਉਸ ਨੂੰ ਜਾਗਰਤ ਅਵਸਥਾ ਹੈ। ਜਦੋਂ ਅਸੀਂ ਸਭ ਕੁਝ ਸੁਣ ਰਹੇ ਹਾਂ, ਬੋਲ ਰਹੇ ਹਾਂ, ਵੇਖ ਰਹੇ ਹਾਂ, ਸਰੀਰ ਹਰਕਤ 'ਚ ਹੈ, ਉਹ ਜਾਗਰਤ ਅਵਸਥਾ ਹੈ। ਫਿਰ ਸੁਪਨ ਅਵਸਥਾ ਹੈ, ਜਦੋਂ ਆਪਾਂ ਸਰੀਰ ਜਿਹੜਾ ਹਰਕਤ ਦੇ ਵਿੱਚ ਨਹੀਂ ਹੈ, ਸੁੱਤਾ ਹੋਇਆ, ਪਰ ਸੁਪਨੇ ਦੇ ਅੰਦਰ ਜਿਹੜੀ ਉਹ ਸੁਪਨੇ ਆ ਰਹੇ ਆ, ਫਿਰ ਉਹ ਸੁਪਨੇ ਚੇਤੇ ਵੀ ਰਹਿੰਦੇ ਇਸ ਨੂੰ। ਫਿਰ ਉਦੋਂ ਅੱਗੇ ਸੁਖੋਪਤੀ ਅਵਸਥਾ ਹੈ, ਗਾੜੀ ਨੀਂਦ। ਜਦੋਂ ਮਨੁੱਖ ਕਈ ਵਾਰ ਥੱਕਿਆ, ਟੁੱਟਿਆ, ਹਾਰਿਆ, ਹੰਭਿਆ,
ਇਹ ਉੱਠ ਕੇ ਸੌਂ ਜਾਂਦਾ ਹੈ। ਫਿਰ ਉੱਠਣ ਸਾਰ ਕਹਿੰਦਾ ਵੀ ਪਤਾ ਨਹੀਂ ਕਿੱਥੇ ਪਏ ਸੀ। ਉਹ ਗਾੜੀ ਨੀਂਦ ਹੈ, ਨਾ ਸੁਪਨੇ ਹੈ। ਪਰ ਉਹ ਜਿੱਥੇ ਸੁਪਨੇ ਵੀ ਨਹੀਂ, ਗਾੜੀ ਨੀਂਦ ਦੇ ਅੰਦਰ ਸਰੀਰ ਦੀ ਵੀ ਕੋਈ ਹਰਕਤ ਨਹੀਂ, ਫਿਰ ਵੀ ਉੱਠ ਕੇ ਕਹਿੰਦਾ ਕਿ ਆਨੰਦ ਆ ਗਿਆ, ਪਤਾ ਨਹੀਂ ਕਿੱਥੇ ਪਏ ਸੀ। ਉਹ ਫਿਰ ਵੀ ਕੋਈ ਦੱਸ ਰਿਹਾ ਨਾ ਅੰਦਰੋਂ ਕਿ ਤੂੰ ਤੇ ਗਾੜੀ ਨੀਂਦ 'ਚ ਸੀ। ਉਹ ਕੀ ਚੀਜ਼ ਜਿਹੜੀ ਦੱਸ ਰਹੀ ਹੈ? ਸਤਿਗੁਰੂ ਜੀ ਕਹਿੰਦੇ ਉਸ ਨੂੰ ਸਮਝਣਾ, ਉਹਦੇ ਤੱਕ ਅੱਪੜਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੈਸੇ ਸੁਪਨਾ, ਜਿਵੇਂ ਤੇਰੀ ਸੁਪਨੇ ਦੇ ਅੰਦਰ ਤੂੰ ਚੀਜ਼ਾਂ ਵੇਖਦਾ ਬਣਾਉਣਾ, ਉਹ ਤੇਰੀਆਂ ਵਿਅਰਥ ਹਨ, ਕਿਸੇ ਕੰਮ ਨਹੀਂ। ਉਵੇਂ ਹੀ ਤੂੰ ਇਹ ਜਾਗਦਾ ਜੋ ਕੁਝ ਦੇਖ ਰਿਹਾ, ਇਹ ਵੀ ਆਪਣਾ ਨਾ ਸਮਝ ਲਈ ਕਿਤੇ। ਇਹ ਵੀ ਜਿਵੇਂ ਉਹ ਰਾਤ ਦਾ ਸੁਪਨਾ, ਉਸੇ ਤਰ੍ਹਾਂ ਹੀ ਇਹ ਸੁਪਨਾ ਹੈ। ਬਿਨਸਤ ਲਗਤ ਨਾ ਬਾਹਰ, ਇਹਨੂੰ ਨਾਸ ਹੋਣ ਵਾਸਤੇ ਦੇਰੀ ਨਹੀਂ ਲੱਗਦੀ। ਜਿਵੇਂ ਮਨੁੱਖ ਸੁੱਤਾ ਹੋਵੇ ਅਤੇ ਸੁਪਨੇ ਦੇ ਅੰਦਰ ਜੋ ਕੁਝ ਵੇਖ ਰਿਹਾ, ਉਹਨੂੰ ਨਾਸ ਕਰਨ ਵਾਸਤੇ ਕਿੰਨੀ ਕੁ ਦੇਰ ਲੱਗਦੀ ਹੈ। ਅੱਖ ਖੁੱਲ੍ਹੀ, ਸੁਪਨਾ ਖਤਮ, ਅਤੇ ਇੱਧਰ ਅੱਖ ਬੰਦ ਹੋਈ, ਇੱਧਰ ਸੁਪਨਾ ਖਤਮ। ਇੱਕ ਉਹ ਸੁਪਨਾ ਜਦੋਂ ਅੱਖ ਖੁੱਲ੍ਹਦੀ ਹੈ ਅਤੇ ਨਾਸ ਹੋ ਜਾਂਦਾ। ਦੂਸਰੇ ਬੰਨੇ ਸੰਸਾਰ ਸੁਪਨਾ, ਜਦੋਂ ਅੱਖ ਬੰਦ ਹੁੰਦੀ ਹੈ ਅਤੇ ਸੁਪਨਾ ਖਤਮ, ਜਦੋਂ ਸਵਾਸ ਨਿਕਲ ਜਾਂਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਹਰ। ਇਹਨੂੰ ਨਾਸ ਹੋਣ ਵਾਸਤੇ ਇੱਕ ਛਿਣ ਮਾਤਰ ਹੀ ਲੱਗਦਾ ਹੈ। ਇਹ ਗੱਲ ਜਿਹੜੀ ਹੈ ਸੱਚੀ ਤੈਨੂੰ ਸਤਿਗੁਰੂ ਜੀ ਕਹਿੰਦੇ ਅਸੀਂ ਦੱਸੀ ਹੈ। ਰਹਾਉ ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ। ਸਤਿਗੁਰੂ ਜੀ ਕਹਿੰਦੇ ਹੋਰ ਉਦਾਹਰਣ ਦਿੰਦੇ ਆ ਕਿ ਬਾਰੂ ਭੀਤ, ਬਾਰੂ ਕਹਿੰਦੇ ਆ ਰੇਤੇ ਨੂੰ। ਜਿਵੇਂ ਕੋਈ ਰੇਤਾ ਦੀ ਕੰਧ ਬਣਾਉਂਦਾ ਹੈ, ਉਹਨੂੰ ਪਾਣੀ ਪਾ ਕੇ ਰਚ ਕੇ ਗਾਰੇ ਦੇ ਨਾਲ, ਰਹਿਤ ਨਹੀਂ ਦਿਨ ਚਾਰ, ਉਹ 4 ਕੁ ਦਿਨ ਹੀ ਰਹਿੰਦੀ ਹੈ। ਕਿਉਂਕਿ ਰੇਤੇ ਦੀ ਕੰਧ ਬਣਾਉਂਦਾ ਪਾਣੀ ਪਾ ਕੇ, ਅਤੇ ਜਦੋਂ ਪਾਣੀ ਸੁੱਕ ਜਾਂਦਾ, ਹਵਾ ਲੱਗਦੀ ਹੈ, ਰੇਤਾ ਖੁਸ਼ਕ ਹੋ ਜਾਂਦਾ, ਕੰਧ ਜਿਹੜੀ ਡਿੱਗ ਪੈਂਦੀ ਹੈ, ਉਹਦੀ ਬੁਨਿਆਦ ਨਹੀਂ ਹੁੰਦੀ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਇਹ ਰੇਤੇ ਦੀ ਕੰਧ ਤੇਰਾ ਸਰੀਰ ਹੈ। ਇਹ 5 ਤੱਤਾਂ ਦੀ ਰੇਤਾ ਲੈ ਕੇ ਇਹ ਸਰੀਰ ਬਣਾਇਆ ਪਰਮੇਸ਼ਰ ਨੇ। ਇਹਦੇ ਅੰਦਰ ਸਵਾਸਾਂ ਦਾ ਪਾਣੀ ਉਸ ਨੇ ਭਰਿਆ, ਜਿਹਦੇ ਆਸਰੇ ਜਿਵੇਂ ਰੇਤੇ ਦੀ ਕੰਧ ਦੇ ਅੰਦਰ ਜਿੰਨਾ ਚਿਰ ਨਮੀ ਰਹਿੰਦੀ ਹੈ ਉਹ ਖੜੀ ਰਹਿੰਦੀ ਹੈ, ਜਦੋਂ ਖੁਸ਼ਕ ਹੋ ਜਾਂਦੀ ਹੈ ਰੇਤਾ ਸੁੱਕ ਜਾਂਦਾ, ਡਿੱਗ ਪੈਂਦੀ ਹੈ। ਇਸੇ ਪ੍ਰਕਾਰ ਹੀ ਸਾਡੇ ਅੰਦਰ ਜੋ ਸਵਾਸਾਂ ਦਾ ਪਾਣੀ ਹੈ, ਇਹ ਸਵਾਸਾਂ ਜਿੰਨਾ ਚਿਰ ਚੱਲਦੇ ਉਹਨਾਂ ਚਿਰ ਇਹ ਸਰੀਰ ਦੀ ਕੰਧ ਖੜੀ ਹੈ, ਅਤੇ ਜਦੋਂ ਸਵਾਸ ਅੰਦਰੋਂ ਖਤਮ ਹੋ ਗਏ, ਪੂਰੇ ਹੋ ਗਏ, ਫਿਰ ਇਸ ਨੇ ਡਿੱਗ ਪੈਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ। ਇਹ 4 ਕੁ ਦਿਨ ਹੀ ਰਹਿਣ ਵਾਲੀ ਵਸਤੂ ਹੈ, ਇਹਦਾ ਮਾਣ ਨਾ ਕਰ, ਇਹਦਾ ਹੰਕਾਰ ਨਾ ਕਰਕੇ। ਤੂੰ ਸਰੀਰ ਬੜਾ ਸੁੰਦਰ ਤੇਰਾ, ਤੂੰ ਸਰੀਰ ਇਹ ਸੰਸਾਰ ਦੇ ਵਿੱਚ ਬੈਠੇ ਰਹਿਣਾ, ਜਾਣਾ ਨਹੀਂ। ਇਹਦੀ ਬੁਨਿਆਦ 'ਤੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹੇ ਹਨ। ਇਸ ਕਰਕੇ ਇਹ ਤੇਰਾ ਸਰੀਰ ਇੱਕ ਰੇਤ ਦੀ ਕੰਧ ਹੈ। ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਸਤਿਗੁਰੂ ਜੀ ਕਹਿੰਦੇ ਜਿਵੇਂ ਇਹ ਸਰੀਰ ਦੀ ਕੋਈ ਬੁਨਿਆਦ ਨਹੀਂ, ਉਸੇ ਤਰ੍ਹਾਂ ਹੀ ਮਾਇਆ ਦੇ ਸੁੱਖ ਜਿਹੜੇ ਹੈ ਇਹਨਾਂ ਦੀ ਵੀ ਕੋਈ ਬੁਨਿਆਦ ਨਹੀਂ। ਉਰਜਿਓ ਕਹਾਂ ਗਵਾਰ। ਹੇ ਬੇਸਮਝ ਜੀਵ, ਕਿਉਂ ਤੂੰ ਇਸ ਮਾਇਆ ਦੇ ਸੁੱਖਾਂ ਦੇ ਵਿੱਚ ਇੰਨਾ ਅਧੀਨ ਹੋ ਕੇ ਉਲਝਿਆ ਹੋਇਆ? ਕਿਉਂ ਤੂੰ ਗੁਰੂ ਦੀ ਭਗਤੀ, ਨਾਮ ਸਿਮਰਨ ਦਾ ਧਿਆਨ ਨਹੀਂ ਕਰਦਾ, ਖਿਆਲ ਨਹੀਂ ਕਰਦਾ ਹੈ? ਅਜਹੂ ਸਮਝ ਕਛ ਬਿਗੜਿਓ ਨਾਹਨ, ਭਜ ਲੈ ਨਾਮ ਮੁਰਾਰ। ਸਤਿਗੁਰੂ ਜੀ ਕਹਿੰਦੇ ਹੱਲੇ ਵੀ ਕੁਝ ਨਹੀਂ ਵਿਗੜਿਆ। ਜਿਵੇਂ ਆਪਾਂ ਪੰਜਾਬੀ ਦੇ ਅੰਦਰ ਉਦਾਹਰਨਾਂ ਜਾਂ ਮੁਹਾਵਰੇ ਬੋਲਦੇ ਆ ਨਾ ਕਿ ਡੁੱਲਿਆਂ ਬੇਰਾਂ ਦਾ ਨਹੀਂ ਕੁਝ ਵਿਗੜਿਆ, ਜਾਂ ਆਪਾਂ ਕਹਿ ਦਿੰਦੇ ਆ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਆ ਜੇ, ਭੁੱਲਿਆ ਨਹੀਂ ਹੁੰਦਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਅਜਹੂ ਕਛ ਬਿਗੜਿਓ ਨਾ ਹਨ। ਹੱਲੇ ਵੀ ਕੁਝ ਨਹੀਂ ਵਿਗੜਿਆ, ਹੱਲੇ ਵੀ ਤੇਰੇ ਕੋਲੇ ਜੀਵਨ ਹੈ, ਸਵਾਸ ਚੱਲਦੇ ਆ, ਤੇਰੇ ਸਰੀਰ ਤੇਰਾ ਤੰਦਰੁਸਤ ਕੰਮ ਕਰ ਰਿਹਾ, ਕੁਝ ਨਹੀਂ ਵਿਗੜਿਆ। ਭਜ ਲੈ ਨਾਮ ਮੁਰਾਰ। ਹੱਲੇ ਵੀ ਪਰਮੇਸ਼ਰ ਦੇ ਨਾਮ ਦਾ ਤੂੰ ਭਜਨ ਕਰ ਲੈ, ਹੱਲੇ ਵੀ ਤੂੰ ਨਾਮ ਵਾਲੇ ਪਾਸੇ ਆ ਜਾ। ਇੱਧਰ ਤੇ ਏਕ ਚਿੱਤ ਜਿਹ ਇਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਧੰਨ ਗੁਰੂ ਕਲਗੀਧਰ ਮਹਾਰਾਜ ਦੇ ਬਚਨ ਹਨ ਕਿ ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਇੱਕ ਛਿਣ ਵੀ ਪਰਮੇਸ਼ਰ ਦੇ ਨਾਮ ਨੂੰ ਧਿਆ ਲਿਆ, ਉਹ ਕਾਲ ਦੇ ਵਸ ਨਹੀਂ ਪੈਂਦਾ। ਇੱਧਰ ਤੇ ਐਸੀ ਕਿਰਪਾ ਹੈ।
ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਕਬੀਰ ਏਕ ਘੜੀ ਆਦੀ ਹੂੰ ਤੇ ਆਦ, ਕਿ ਜੇ ਥੋੜ੍ਹੇ ਮਾਤਰ ਥੋੜ੍ਹਾ ਸਮਾਂ ਵੀ ਗੁਰੂ ਦੀ ਸੰਗਤ ਕਰ ਲਈ, ਨਾਮ ਜਪ ਲਿਆ, ਬਾਣੀ ਪੜ੍ਹ ਲਈ, ਤੇ ਉਹਦਾ ਵੀ ਫਲ ਬਹੁਤਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਅਜਹੂ ਸਮਝ ਕਛ ਬਿਗੜਿਓ ਨਾਹਨ। ਐ ਮਨਾ ਐ ਬੇਸਮਝ ਜੀਵ, ਹੁਣ ਵੀ ਸਮਝ ਜਾ, ਹੁਣ ਵੀ ਕੁਝ ਨਹੀਂ ਵਿਗੜਿਆ। ਭਜ ਲੈ ਨਾਮ ਮੁਰਾਰ, ਜੋ ਮੁਰ ਆਦਿਕ ਦੈਂਤਾਂ ਦਾ ਨਾਸ ਕਰਨ ਵਾਲਾ ਮੁਰਾਰੀ ਪਰਮੇਸ਼ਰ ਵਾਹਿਗੁਰੂ ਹੈ। ਜਾਂ ਇਸੇ ਪ੍ਰਕਾਰ ਤੇਰੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਦੈਂਤ ਹਨ। ਇਹਨਾਂ ਰਾਖਸ਼ਾਂ ਨੂੰ ਖਤਮ ਕਰਨ ਵਾਲਾ ਜੋ ਮੁਰਾਰੀ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਨਾਮ ਦਾ ਭਜਨ ਕਰ ਲੈ। ਕਹੋ ਨਾਨਕ ਨਿਜ ਮਤ ਸਾਧਨ ਕਉ, ਭਾਖਿਓ ਤੋਹੇ ਪੁਕਾਰ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਹਨ ਕਿ ਨਿਜ ਮਤ ਸਾਧਨ ਕਉ, ਇਹ ਤੇਰਾ ਆਪਣਾ ਨਿੱਜੀ ਜੋ ਮਤ ਪ੍ਰਯੋਜਨ ਹੈ, ਉਸ ਨੂੰ ਸਾਧਨ ਵਾਸਤੇ, ਸਿੱਧ ਕਰਨ ਵਾਸਤੇ, ਭਾਖਿਓ ਤੋਹੇ ਪੁਕਾਰ, ਤੈਨੂੰ ਅਸੀਂ ਉੱਚੀ ਪੁਕਾਰ ਦੇ ਕੇ, ਆਵਾਜ਼ ਦੇ ਕੇ ਤੈਨੂੰ ਇਹ ਗੱਲ ਸਮਝਾਉਣੇ ਆ, ਕਹਿੰਦੇ ਆ ਵੀ ਇਹ ਤੇਰਾ ਆਪ ਦਾ ਕੰਮ ਹੈ। ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਆ ਨਾ ਵੀ ਇਹ ਤੇਰਾ ਆਪ ਦਾ ਕੰਮ ਹੈ, ਤੂੰ ਇਹਨੂੰ ਕਰ, ਇਹਨੂੰ ਕੋਈ ਛੱਡਦਾ। ਇਸੇ ਪ੍ਰਕਾਰ ਹੀ ਇਸ ਜੀਵਨ ਨੂੰ ਪ੍ਰਾਪਤ ਕਰਕੇ, ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਪ੍ਰਭੂ ਦੀ ਭਗਤੀ ਕਰਨੀ, ਇਸ ਮਾਨਸ ਜਨਮ ਤੋਂ ਲਾਹਾ ਪ੍ਰਾਪਤ ਕਰਨਾ, ਇਹ ਸਾਡਾ ਆਪਣਾ ਆਪ ਦਾ ਕੰਮ ਹੈ। ਇਹ ਸਾਨੂੰ ਖੁਦ ਨੂੰ ਕਰਨਾ ਪੈਣਾ, ਇਹੀ ਕਰਨ ਆਪਾਂ ਆਏ ਹਾਂ। ਇਸੇ ਨੂੰ ਕਰਨ ਵਾਸਤੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ ਕਿ ਨਿਜ ਮਤ ਸਾਧਨ ਕਉ। ਨਿਜ ਕਹਿੰਦੇ ਆ ਨਿੱਜੀ ਕੰਮ ਨੂੰ, ਇਹ ਤੇਰਾ ਆਪਣਾ ਕਾਰਜ ਹੈ। ਇਸ ਨੂੰ ਸਾਧਨ ਸਿੱਧ ਕਰਨ ਵਾਸਤੇ ਭਾਖਿਓ ਤੋਹੇ ਪੁਕਾਰ, ਤੈਨੂੰ ਅਸੀਂ ਪੁਕਾਰ ਕਰਕੇ ਉੱਚੀ ਆਵਾਜ਼ ਦੇ ਨਾਲ ਕਹਿੰਦੇ ਆ ਵੀ ਐ ਮਨਾ, ਐ ਗੁਰੂ ਕਿਆ ਸਿੱਖਾ, ਤੂੰ ਇਸ ਕਾਰਜ ਦੇ ਵਿੱਚ ਲੱਗ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਪ੍ਰਭੂ ਦੀ ਭਗਤੀ ਵਾਸਤੇ, ਇਹ ਪਰਮੇਸ਼ਰ ਦੀ ਭਗਤੀ ਵਾਸਤੇ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਿ ਇਹ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਜਿਵੇਂ ਤੂੰ ਭਗਤੀ ਨਹੀਂ ਕੀਤੀ ਪਰਮੇਸ਼ਰ ਦੀ, ਇਹ ਰੁੱਤ ਹੈ ਮਨੁੱਖਾ ਜਨਮ, ਤੇ ਫਿਰ ਅੱਗੇ ਜਦੋਂ ਭੁੱਖ ਲੱਗਣੀ ਹੈ ਫਿਰ ਕੀ ਖਾਏਗਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਹੈ ਕਿ ਐ ਮਨੁੱਖ, ਤੂੰ ਇਸ ਸੰਸਾਰ ਦੇ ਅੰਦਰ ਆਪਣਾ ਜਿਹੜਾ ਕੰਮ ਹੈ, ਕਿਉਂਕਿ ਇਹ ਕੰਮ ਜਿਹੜਾ ਆਪ ਹੀ ਕਰਨਾ ਪੈਂਦਾ, ਉਦਮ ਆਪ ਕਰਨਾ ਪੈਂਦਾ। ਗੁਰੂ ਨੇ ਕਿਰਪਾ ਕਰਨੀ ਹੈ, ਗੁਰੂ ਦੀ ਕਿਰਪਾ ਦੁਆਰਾ ਹੀ ਉਦਮ ਹੋਣਾ, ਪਰ ਬੇਨਤੀਆਂ, ਅਰਦਾਸਾਂ, ਜੋਦੜੀਆਂ ਉਹ ਆਪ ਕਰਨੀ ਹੈ। ਜਿਵੇਂ ਸਤਿਗੁਰੂ ਜੀ ਬਚਨ ਕਰਦੇ ਹਨ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਹ ਗੁਰੂ ਕਾ ਸਿਧਾਂਤ ਹੈ, ਗੁਰੂ ਕੀ ਸਿੱਖਿਆ ਹੈ ਕਿ ਰਸਨਾ ਨਾਮ ਜਪੈ ਤੋ ਮਥੀਐ। ਇੱਥੇ ਨਾਮ ਆਪ ਹੀ ਜਪਣਾ ਪੈਣਾ। ਜੇ ਸਾਡੇ ਅੰਦਰ ਚਾਹ ਹੈ ਸਿੱਖੀ ਪ੍ਰਤੀ, ਜੇ ਸਾਡੇ ਅੰਦਰ ਰੱਬ ਦੀ ਪ੍ਰਾਪਤੀ ਦਾ, ਭਗਤੀ ਕਰਨ ਦਾ, ਨਾਮ ਜਪਣ ਦਾ ਕੋਈ ਉਤਸ਼ਾਹ ਹੈ ਅੰਦਰ, ਤੇ ਉਹਨੂੰ ਅਸੀਂ ਉਧਰਲੇ ਪਾਸੇ ਲਾਉਣਾ ਚਾਹੀਦਾ, ਤੁਰਨਾ ਚਾਹੀਦਾ, ਕਿਉਂਕਿ ਸਾਡਾ ਨਿੱਜੀ ਕਾਰਜ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਨਿਜ ਮਤ ਸਾਧਨ ਕਉ, ਭਾਖਿਓ ਤੋਹੇ ਪੁਕਾਰ। ਜਾਂ ਜਿਹੜੇ ਸਾਧਨ ਹਨ, ਸਾਧੂ ਸੰਤ ਹਨ, ਜਾਂ ਇਸੇ ਪ੍ਰਕਾਰ ਜੋ ਗੁਰਮਤਿ ਦੇ ਅੰਦਰ ਸਾਧਨ ਹਨ, ਸੇਵਾ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਨਾਮ ਜਪਣਾ, ਗੁਰਦੁਆਰੇ ਸੇਵਾ ਕਰਨੀ, ਲੰਗਰਾਂ ਦੀ ਸੇਵਾ ਕਰਨੀ, ਇਹ ਸਾਧਨ ਹਨ ਆਪਣੇ ਜੀਵਨ ਦੀ ਸਫਲਤਾ ਵਾਸਤੇ। ਕੀਰਤਨ ਸੁਣਨਾ, ਕਥਾ ਸੁਣਨੀ, ਚੰਗੀਆਂ ਗੁਰੂ ਕਾ ਇਤਿਹਾਸ, ਸਾਖੀਆਂ ਪੜ੍ਹਨੀਆਂ, ਸੁਣਨੀਆਂ, ਇਹ ਸਾਰੇ ਹੀ ਸਾਧਨ ਹਨ ਸਾਡੇ ਇਸ ਕਾਰਜ ਨੂੰ ਸਫਲ ਕਰਨ ਵਾਸਤੇ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਸੁੰਦਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਪੜ੍ਹਿਆ, ਵਿਚਾਰਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਸਾਡੇ ਪੜ੍ਹਨ ਸੁਣਨ ਵਾਲਿਆਂ ਦੇ ਸਭ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਵੀ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ।
ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਅਜਹੂ ਸਮਝ ਕਛ ਬਿਗੜਿਓ ਨਾਹਨ, ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਤੂੰ ਠਾਕੁਰ ਤੁਮ